ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਗਾਰਿਆ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸਮਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵੋ। ਮਨ ਤਨ ਦੇਹ ਸੁਖਾਲੀ ਰਹਾਓ। ਪਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸੋ ਘੋਟਲ ਗੁਰ ਸੇਵੀਐ, ਅਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ, ਘਰ ਤੀਜਾ ਚੌਪਦੇ। ਇਕ ਓੰਕਾਰ, ਸਤਿਗੁਰ ਪ੍ਰਸਾਦ। ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਸਿਕਦਾਰੋ ਨਹਿ ਪਤੀ ਆਇਆ। ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਸਿਕਦਾਰੋ ਨਹਿ ਪਤੀ ਆਇਆ। ਉਮਰਾਵਹੁ ਅਗੇ ਚੇਰਾ, ਮਿਲ ਰਾਜਨ ਰਾਮ ਨਵੇਰਾ। ਅਬ ਢੂੰਡਨ ਕਤਹੁ ਨ ਜਾਈ, ਗੋਬਿੰਦ ਭੇਟੇ ਗੁਰ ਗੋਸਾਈ ਰਹਾਉ। ਆਇਆ ਪ੍ਰਭ ਦਰਬਾਰਾ, ਤਾਂ ਸਗਲੇ ਮਿਟੀ ਪੁਕਾਰਾ ਰਹਾਉ। ਆਇਆ ਪ੍ਰਭ ਦਰਬਾਰਾ, ਤਾਂ ਸਗਲੇ ਮਿਟੀ ਪੁਕਾਰਾ। ਲਬਦ ਆਪਣੇ ਪਾਏ, ਤਾਂ ਕਤ ਆਵੈ ਕਤ ਜਾਈ। ਤੈ ਸਾਚ ਨਿਆਏ ਨਬੇਰਾ, ਓਹਾ ਸਮ ਠਾਕੁਰ ਸਮ ਚੇਰਾ। ਅੰਤਰ ਜਾਮੀ ਜਾਣੈ, ਬਿਨ ਬੋਲਤ ਆਪ ਪਛਾਨੈ। ਸਰਬ ਥਾਨ ਕੋ ਰਾਜਾ, ਤੈ ਅਨਹਦ ਸ਼ਬਦ ਅਗਾਜਾ। ਤਿਸ ਕਹੇ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਤਿਸ ਕਹੇ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਮੁਬਾਰਕ ਬਚਨ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ, ਸਮੂਹ ਸਾਧ ਸੰਗਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਤੋਂ ਅੱਜ ਦੀ ਮੁਬਾਰਕ ਬਚਨ ਹਨ। ਇਹ ਸ਼ਬਦ 621 ਅੰਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸ਼ੋਭਾਇਮਾਨ ਹਨ। ਸੋਰਠ ਰਾਗ ਦੇ ਵਿੱਚ
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਤਿਨਾਂ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਘਰ ਤੀਸਰੇ ਵਿੱਚ ਚੌਬਦੇ ਤੋਂ ਭਾਵ ਹੈ ਚੌਬੰਦਾਂ ਵਾਲੀ ਬਾਣੀ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ। ਸੋਸ਼ ਰਾਗ ਦੇ ਵਿੱਚ ਸਤਿਗੁਰਾਂ ਬਖਸ਼ਿਸ਼ ਕੀਤੀ ਹੈ। ਪੰਚਮ ਗੁਰਦੇਵ ਘਰ ਤੀਸਰੇ ਦੇ ਵਿੱਚ ਰਾਗ ਤਾਲ ਅਨੁਸਾਰ ਚੌਪਦਿਆਂ ਦਾ ਚਾਰ ਬੰਦਾਂ ਵਾਲੀ ਇਹ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਸਾਨੂੰ ਗੁਰੂ ਦੇ ਚਰਨਾਂ ਦੇ ਵਿੱਚ ਜੁੜਨਾ ਪਵੇਗਾ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਉਸ ਮਾਲਕ ਦੀ ਪ੍ਰਾਪਤੀ ਨਹੀਂ ਹੁੰਦੀ। ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ ਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ ਤੇ ਸਤਿਗੁਰੂ ਸਾਡੇ ਤੇ ਇਹ ਕਿਰਪਾ ਕਰ ਦੇਵੇਗਾ, ਰਹਿਮਤ ਕਰ ਦੇਵੇਗਾ, ਉਸ ਦੀ ਪ੍ਰਾਪਤੀ ਸਾਨੂੰ ਹੋ ਜਾਵੇਗੀ। ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਪੰਜ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਅਹੰਕਾਰ। ਐਸੋ ਕੌਣ ਬਲੀੜੇ ਜਿਨ ਮਿਲ ਮਾਰੇ ਪੰਚ ਸੂਰਬੀਰ। ਚਾਰ ਵਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀਰੇ। ਸੁੰਦਰ ਸੁਗੜ ਸੁਰੂਪ ਸਿਆਣੇ ਪੰਚੋਂ ਹੀ ਮੋਹਿ ਸ਼ਰੀਰੇ। ਐਸੋ ਕੌਣ ਬਲੀਰੇ ਜਿਨ ਮਿਲ ਮਾਰੇ ਪੰਚ ਸੂਰਬੀਰ। ਵੱਡੀ ਕੌਮ ਵਸ ਭਾਗੇ ਨਾਹੀ ਮੋਹ ਕੁਮ ਫੌਜ ਹਟਲੀ ਦੇ। ਕਹੋ ਨਾਨਕ ਤਿਨ ਜਨਨ ਰਦਲੀਆ ਸਾਧ ਸੰਗਤ ਕੈ ਝੱਲੀ ਰੇ। ਜਿਨ੍ਹਾਂ ਨੇ ਸਤ ਸੰਗਤ ਕੀਤੀ ਗੁਰੂ ਦੀ ਪਿਆਰਿਓ, ਉਹਨਾਂ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਪਾਸੇ ਕਰ ਦਿੱਤਾ। ਇਹ ਸਤਿਗੁਰੂ ਪੰਚਮ ਗੁਰਦੇਵ ਕਹਿ ਰਹੇ ਨੇ, ਮਿਲ ਪੰਚੋ ਨਾਹੀ ਸਹਸਾ ਚੁਕਾਇਆ। ਕਹਿੰਦੇ ਜਦੋਂ ਪਿੰਡ ਦੀ ਪੰਚਾਇਤ ਪਿਆਰਿਓ ਭਰਿਆ ਹੁੰਦੀ ਹੈ, ਜਦੋਂ ਕੋਈ ਫੈਸਲਾ ਕਰਨਾ ਹੁੰਦਾ ਤੇ ਪੰਚਾਇਤ ਦੇ ਕੋਲ ਜਾਂਦਾ ਹੈ। ਕਹਿੰਦੇ ਮਨੁੱਖ ਨੇ ਸੋਚਿਆ ਕਿ ਇਹ ਜਿਹੜੇ ਪੰਜ ਨੇ ਕਾਮ, ਕ੍ਰੋਧ, ਲੋਭ, ਅਹੰਕਾਰ, ਇਹਨਾਂ ਦਾ ਮੈਂ ਫੈਸਲਾ ਉਹਨਾਂ ਦੇ ਕੋਲ ਲੈ ਕੇ ਜਾਂਦਾ ਹਾਂ। ਪੰਚਾਇਤ ਦੇ ਕੋਲ ਜਿਸ ਵੇਲੇ ਫੈਸਲਾ ਖੜਿਆ, ਮਿਲ ਪੰਚੋਂ ਨੇ ਸਹਿਸਾ ਚੁਕਾਇਆ। ਕਹਿੰਦੇ ਉਹਨਾਂ ਨੇ ਆਖਿਆ ਇਹ ਜਿਹੜੇ ਪੰਜ ਚੋਰ ਹਨ, ਕਹਿੰਦੇ ਇਹਨਾਂ ਦਾ ਫੈਸਲਾ ਅਸੀਂ ਨਹੀਂ ਕਰ ਸਕਦੇ। ਡਰ ਦੂਰ ਨਹੀਂ ਕੀਤਾ। ਕਹਿੰਦੇ ਇਹਨਾਂ ਵਾਸਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਇਹ ਤੇ ਕਹਿੰਦੇ ਸਾਡੇ ਸਾਰਿਆਂ ਦੇ ਮਹਾਬਲੀ ਬਣੇ ਹੋਏ ਨੇ, ਇਹ ਸਾਨੂੰ ਸਾਰਿਆਂ ਨੂੰ ਤੰਗ ਕਰਦੇ ਨੇ, ਇਹਨਾਂ ਵਾਸਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਸਿੱਖਦਾਰੂ ਨੇ ਪਤਿਆਇਆ। ਫਿਰ ਕਹਿੰਦੇ ਵੱਡੇ ਵੱਡੇ ਜਿਹੜੇ ਸਰਦਾਰ ਸਨ ਉਹਨਾਂ ਦੇ ਕੋਲ ਗਿਆ, ਉਹਨਾਂ ਦੇ ਕੋਲ ਇਹ ਝਗੜਾ ਰੱਖਿਆ, ਇਹ ਗੱਲ ਰੱਖੀ ਕਿ ਇਹ ਮੈਨੂੰ ਪੰਜ ਬਹੁਤ ਦੁਖੀ ਕਰਦੇ ਨੇ। ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਹੁਣ ਕਹਿੰਦੇ ਸਰਦਾਰਾਂ ਦੇ ਅੱਗੇ ਜਾ ਕਰਕੇ ਬੇਨਤੀ ਕੀਤੀ ਕਿ ਮੇਰਾ ਪਿੱਛਾ ਇਹ ਛੱਡ ਦੇਣ, ਮੇਰਾ ਖਹਿੜਾ ਇਹਨਾਂ ਤੋਂ ਛਡਵਾਓ। ਹੁਣ ਸਰਦਾਰ ਜਿਹੜੇ ਸੀ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ, ਇਸ ਦੇ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਦੇ, ਤੁਹਾਡੀ ਮਦਦ ਅਸੀਂ ਨਹੀਂ ਕਰ ਸਕਦੇ। ਉਮਰਾਵੋ ਆਗੇ ਚਿਰਾ। ਤੇ ਫਿਰ ਕੋਰਟ ਕਚਹਿਰੀਆਂ, ਸਰਕਾਰੀ ਦਰਬਾਰੇ ਜਾ ਕੇ ਗੱਲ ਕੀਤੀ ਕਿ ਕੋਈ ਮੇਰਾ ਇਹਨਾਂ ਤੋਂ ਪਿੱਛਾ ਛਡਵਾ ਦੇਵੇ, ਇਹ ਮੇਰੇ ਮਗਰੋਂ ਲੈ ਜਾਣ। ਹੁਣ ਸਰਕਾਰੀ ਦਰਬਾਰੇ ਵੀ ਜਦੋਂ ਜਾ ਕੇ ਗੱਲ ਕੀਤੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਉਹਨਾਂ ਨੇ ਵੀ ਇਹ ਝਗੜਾ ਨਿਬੇੜਿਆ ਕੋਈ ਨਹੀਂ। ਉਹਨਾਂ ਦੇ ਵੱਸੋਂ ਵੀ ਬਾਹਰ ਸੀ, ਉਹਨਾਂ ਦੇ ਵੀ ਹੱਥ ਖੜੇ ਹੋ ਗਏ। ਉਹ ਆਖਣ ਲੱਗੇ ਇਹ ਝਗੜਾ ਅਸੀਂ ਨਹੀਂ ਨਿਬੇੜ ਸਕਦੇ, ਇਹ ਝਗੜਾ ਸਾਡੇ ਵੱਸੋਂ ਤੋਂ ਬਾਹਰ ਹੈ। ਸਰਕਾਰ ਨੇ ਵੀ ਇਹ ਗੱਲ ਕਹਿ ਦਿੱਤੀ, ਕਚਹਿਰੀਆਂ ਦੇ ਵਿੱਚ ਇਸ ਦਾ ਨਿਬੇੜਾ ਨਹੀਂ ਹੋਇਆ, ਉਮਰਾਵ ਇਸ ਦਾ ਕੁਝ ਵੀ ਨਹੀਂ ਕਰ ਸਕੇ। ਮਿਲ ਰਾਜਨ ਰਾਮ ਨਵੇਰਾ। ਤੇ ਫਿਰ ਰਾਜਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਹੁਕਮਾ ਮਹਾਨ। ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਆ ਕਰਕੇ ਬੇਨਤੀ ਕੀਤੀ, ਇਸ ਝਗੜੇ ਨੂੰ ਮੁਕਾ ਦਿੱਤਾ ਉਹਨਾਂ ਨੇ।
ਇਸ ਝਗੜੇ ਨੂੰ ਖਤਮ ਕਰ ਦਿੱਤਾ, ਕਿਉਂਕਿ ਗੁਰੂ ਹੀ ਬਖਸ਼ਿਸ਼ ਕਰ ਸਕਦਾ ਹੈ। ਗੁਰੂ ਹੀ ਬਖਸ਼ਿਸ਼ ਇਹ ਕਰ ਸਕਦਾ ਹੈ। ਉਹ ਰਾਜਿਆਂ ਦਾ ਰਾਜਾ ਹੈ, ਉਸੇ ਨੇ ਕੀ ਬਖਸ਼ਿਸ਼ ਕਰਨੀ ਹੈ। ਮਿਲ ਰਾਜਨ ਰਾਮ ਨਵੇਰਾ, ਕਹਿੰਦੀ ਹੁਣ ਨਵੇੜਾ ਹੋ ਗਿਆ। ਹੁਣ ਕਹਿੰਦੀ ਇਹ ਜੁਗਤ ਦਾ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਤੋਂ ਖਹਿੜਾ ਛੁਡਵਾਇਆ ਜਾ ਸਕਦਾ। ਅਬ ਢੂੰਡਨ ਕਤਹੁ ਨਾ ਜਾਏ, ਕਹਿੰਦੇ ਹੁਣ ਕਿਧਰੇ ਜਾਣ ਦੀ ਲੋੜ ਨਹੀਂ, ਹੁਣ ਪੰਚਾਇਤ ਦੇ ਕੋਲ ਜਾਣ ਦੀ ਲੋੜ ਨਹੀਂ, ਹੁਣ ਸਰਦਾਰਾਂ ਦੇ ਕੋਲ ਜਾਣ ਦੀ ਲੋੜ ਨਹੀਂ, ਹੁਣ ਉਮਰਾਵਾਂ ਦੇ ਅੱਗੇ ਸਰਕਾਰੀ ਦਰਬਾਰੇ ਜਾਣ ਦੀ ਲੋੜ ਨਹੀਂ। ਹੁਣ ਤੇ ਪਤਾ ਲੱਗ ਗਿਆ, ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਤੇ ਗੁਰੂ ਨੇ ਇਹ ਬਖਸ਼ਿਸ਼ ਕਰ ਦਿੱਤੀ। ਕਹਿੰਦੇ ਅਬ ਢੂੰਡਨ ਕਤਹੁ ਨਾ ਜਾਏ, ਹੁਣ ਕਹਿੰਦੇ ਕਿਧਰੇ ਵੀ ਜਾਣ ਦੀ ਲੋੜ ਨਹੀਂ ਰਹੀ, ਹੁਣ ਕਿਧਰੇ ਜਾਣ ਦੀ ਲੋੜ ਨਹੀਂ, ਕਿਉਂਕਿ ਸਥਿਰ ਟਿਕਾਣੇ ਦੇ ਵਿੱਚ ਆ ਗਿਆ, ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਗੋਬਿੰਦ ਭੇਟੇ ਗੁਰ ਗੋਸਾਈ, ਉਸ ਮਾਲਕ ਦੇ ਨਾਲ ਜਦੋਂ ਭੇਟਣਾ ਹੋ ਗਈ, ਜਦੋਂ ਦਰਸ਼ਨ ਦਿਦਾਰੇ ਉਸ ਮਾਲਕ ਦੇ ਹੋ ਗਏ, ਗੁਰੂ ਨੂੰ ਜਦੋਂ ਪਿਆਰੂ ਆਪਾ ਸਮਰਪਿਤ ਕਰ ਦਿੱਤਾ, ਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ, ਗੁਰੂ ਦੀ ਬਾਣੀ ਨੂੰ ਪੜ੍ਹਿਆ। ਗੋਬਿੰਦ ਭੇਟੇ ਗੁਰ ਗੋਸਾਈ, ਜਦੋਂ ਦਰਸ਼ਨ ਹੋ ਗਏ ਗੁਰੂ ਦੇ, ਗੋਬਿੰਦ ਲਿਖਿਆ ਪਿਆਰਿਓ। ਇੱਥੇ ਇਹ ਖਿਆਲ ਰੱਖਣ ਵਾਲੀ ਗੱਲ ਹੈ, ਜਿੱਥੇ ਗੋਬਿੰਦ ਲਿਖਿਆ ਉਹਨੂੰ ਪੜ੍ਹਨਾ ਗੋਬਿੰਦ ਹੀ ਹੈ, ਜਿੱਥੇ ਗੋਬਿੰਦ ਲਿਖਿਆ ਉੱਥੇ ਗੋਬਿੰਦ ਪੜ੍ਹਨਾ ਹੈ। ਇੱਥੇ ਟਿੱਪੀ ਨਹੀਂ ਲੱਗੀ ਹੋਈ, ਇੱਥੇ ਗੋਬਿੰਦ ਲਿਖਿਆ ਹੋਇਆ। ਗੋਬਿੰਦ ਭੇਟੇ ਗੁਰ ਗੋਸਾਈ, ਹੁਣ ਕਹਿੰਦੀ ਉਸ ਮਾਲਕ ਦੇ ਨਾਲ ਭੇਟਣਾ ਹੋ ਗਈ, ਉਸ ਧਰਤੀ ਦੇ ਪਾਲਣਹਾਰੇ ਦੇ ਨਾਲ ਮਿਲਾਪ ਹੋ ਗਿਆ ਤੇ ਹੁਣ ਕਹਿੰਦੇ ਕਿਧਰੇ ਜਾਣ ਦੀ ਲੋੜ ਨਹੀਂ ਰਹਿ ਗਈ। ਜਦੋਂ ਮਾਲਕ ਦੇ ਚਰਨਾਂ ਦੇ ਵਿੱਚ ਆ ਜਾਣੇ ਆ ਤੇ ਪਿਆਰਿਓ, ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਵਾਰ। ਕਹਿੰਦੀ ਇੱਕ ਬਜ਼ੁਰਗ ਮਾਂ ਕੱਲੀ ਰਹਿੰਦੀ, ਬਿਲਕੁਲ ਕੱਲੀ ਰਹਿੰਦੀ, ਤੇ ਕਹਿੰਦੀ ਮਨ ਦੇ ਵਿੱਚ ਸੋਚਦੀ ਹੈ ਕਿ ਟਾਈਮ ਕਿਵੇਂ ਪਾਸ ਕਰਾਂ, ਟਾਈਮ ਕਿਵੇਂ ਪਾਸ ਕਰਾਂ। ਹਰ ਵੇਲੇ ਕਹਿੰਦੇ ਇਕੱਲਾਪਣ ਦੁਖੀ ਕਰਦਾ। ਇੱਕ ਦਿਨ ਇੱਕ ਪ੍ਰਭੂ ਦਾ ਪਿਆਰਾ ਬੰਦਗੀ ਵਾਲੀ ਰੂਹ ਆਈ ਤੇ ਉਸ ਦੀ ਸੇਵਾ ਕੀਤੀ, ਲੰਗਰ ਪ੍ਰਸ਼ਾਦਾ ਛਕਾਇਆ। ਪ੍ਰਭੂ ਦੀ ਪਿਆਰੀ ਖੁਸ਼ ਹੋ ਕੇ ਕਹਿੰਦੀ ਮਾਂ ਤੇਰੀ ਕੋਈ ਅਰਦਾਸ ਬੇਨਤੀ। ਕਹਿੰਦੀ ਬਾਬਾ ਜੀ ਇੱਕੋ ਹੀ ਗੱਲ ਹੈ, ਮੈਨੂੰ ਇਕੱਲਾਪਣ ਜਿਹੜਾ ਇਹ ਬੜਾ ਦੁਖੀ ਕਰਦਾ ਹੈ, ਮੈਨੂੰ ਇਕੱਲਾਪਣ ਬਹੁਤ ਦੁਖੀ ਕਰਦਾ। ਹਰ ਵੇਲੇ ਮੈਂ ਇਕੱਲੀ ਹਾਂ, ਨਾ ਮੇਰਾ ਕੋਈ ਧੀ, ਨਾ ਮੇਰਾ ਕੋਈ ਪੁੱਤਰ, ਨਾ ਮੇਰਾ ਕੋਈ ਪਰਿਵਾਰ ਦਾ ਸੰਗੀ ਸਾਥੀ, ਕੋਈ ਵੀ ਨਹੀਂ, ਮੈਂ ਇਕੱਲੀ ਹਾਂ। ਤੇ ਕੋਈ ਐਸੇ ਜੁਗਤ ਦੱਸੋ ਜਿਸ ਦੇ ਨਾਲ ਮੇਰਾ ਮਨ ਟਿਕਿਆ ਰਹੇ, ਮਨ ਲੱਗਿਆ ਰਹੇ, ਮਨ ਲੱਗਿਆ ਰਹੇ। ਤੇ ਮਾਂ ਫਿਰ ਤੈਨੂੰ ਅਸੀਂ ਜੁਗਤ ਦੱਸਦੇ ਹਾਂ, ਤੂੰ ਗੋਬਿੰਦ ਬਾਲ ਗੋਬਿੰਦ ਰਾਏ ਨੂੰ ਯਾਦ ਕਰਿਆ ਕਰ, ਬਾਲ ਗੋਬਿੰਦ ਰਾਏ ਨੂੰ ਯਾਦ ਕਰਿਆ ਕਰ। ਦਿਨ ਦੁਨੀ ਦੇ ਮਾਲਕ ਜਿਨ੍ਹਾਂ ਨੂੰ ਅਸੀਂ ਪਿਆਰੇ ਬੜੇ ਪਿਆਰ ਦੇ ਨਾਲ ਕਹਿੰਦੇ ਹਾਂ, ਧੰਨ ਗੁਰੂ ਕਲਗੀਧਰ ਮਹਾਰਾਜ। ਤੇ ਬਾਲ ਅਵਸਥਾ ਦੇ ਵਿੱਚ ਕਹਿੰਦੇ ਸਨ ਬਾਲ ਗੋਬਿੰਦ ਰਾਏ, ਬਾਲ ਗੋਬਿੰਦ ਰਾਏ ਨੂੰ ਯਾਦ ਕਰਿਆ ਕਰ ਮਾਂ, ਤੇਰਾ ਮਨ ਟਿਕਿਆ ਰਹੇਗਾ, ਟਿਕਿਆ ਰਹੇਗਾ ਤੇਰਾ ਮਨ। ਪਰ ਵੇਖਣ ਵਾਸਤੇ ਤੇ ਕੁਝ ਮੈਨੂੰ ਚਾਹੀਦਾ। ਬਾਲ ਗੋਬਿੰਦ ਦੀ ਕੋਈ ਮੇਰੇ ਕੋਲ ਤਸਵੀਰ ਨਹੀਂ। ਤੇ ਉਹ ਸਾਧੂ ਪ੍ਰਭੂ ਦਾ ਪਿਆਰਾ ਆਖਣ ਲੱਗਾ ਮਾਂ ਮੇਰੇ ਕੋਲ ਹੈ ਤਸਵੀਰ ਬਾਲ ਗੋਬਿੰਦ ਰਾਏ ਦੀ, ਇਹ ਤਸਵੀਰ ਨੂੰ ਤੂੰ ਸਾਂਭ ਕੇ ਰੱਖਣਾ ਤੇ ਹਰ ਵੇਲੇ ਯਾਦ ਕਰਿਆ ਕਰ, ਤੇਰਾ ਇਕੱਲਾਪਣ ਦੂਰ ਹੋ ਜਾਵੇਗਾ, ਤੈਨੂੰ ਇਕੱਲਾਪਣ ਸਤਾਏਗਾ ਕੋਈ ਨਹੀਂ। ਹੁਣ ਇਸ ਮਾਤਾ ਨੇ ਪਿਆਰੇ ਜਿਸ ਵੇਲੇ ਉਹ ਤਸਵੀਰ ਲਈ, ਉਹ ਤਸਵੀਰ ਲਈ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗੇ ਤਬ ਫੂਲ ਗਲਾਏ। ਪਿਆਰੇ ਉਸ ਮਾਲਕ ਦੀ ਪ੍ਰਾਪਤੀ ਵਾਸਤੇ ਕੁਝ ਨਾ ਕੁਝ ਜ਼ਰੀਆ ਚਾਹੀਦਾ। ਜਿਹੜੇ ਤੇ ਬਾਣੀ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਪਿਆਰਿਓ ਗਿਆਨ ਹੈ ਬਾਣੀ ਦਾ, ਉਹ ਤੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਬਾਣੀ ਦੇ ਨਾਲ ਜੁੜ ਜਾਂਦੇ ਨੇ। ਪਰ ਹੁਣ ਕੋਈ ਭੋਲਾ ਭਾਵ ਹੋਏ, ਬਿਲਕੁਲ ਭੋਲੀ ਮਾਂ, ਜਿਸ ਨੂੰ ਇਸ ਦਾ ਪਤਾ ਕੋਈ ਨਹੀਂ ਵੀ ਕਿਵੇਂ ਉਸ ਦੀ ਪੂਜਾ ਕਰਨੀ ਹੈ, ਕਿਵੇਂ ਉਸ ਨੂੰ ਆਰਾਧਨਾ ਹੈ। ਪੁਰਾਣਿਆਂ ਸਮਿਆਂ ਦੇ ਵਿੱਚ ਜਿਵੇਂ ਮਾਤਾਵਾਂ ਬਿਲਕੁਲ ਸਾਧਾਰਨ ਔਰ ਪ੍ਰਭੂ ਦੇ ਨਾਲ ਬੜੀਆਂ ਜੁੜੀਆਂ ਹੋਈਆਂ ਸਨ, ਪਿਆਰ ਬਹੁਤ ਸੀ,
ਪਰ ਜਦੋਂ ਵਾਹਿਗੁਰੂ ਵੀ ਕਹਿਣਾ ਵਾਹਿਗੁਰੂ ਆਖਿਆ ਕਰਦੀਆਂ ਸਨ, ਬੜੀ ਭਾਵਨਾ ਉਹਨਾਂ ਦੇ ਮਨ ਅੰਦਰ ਹੋਇਆ ਕਰਦੀ ਸੀ। ਮਾਂ ਕਹਿੰਦੇ ਆ ਲੈ ਤਸਵੀਰ ਬਾਲ ਗੋਬਿੰਦ ਰਾਏ ਦੀ, ਤੇ ਇਹ ਤਸਵੀਰ ਆਪਣੇ ਕੋਲ ਰੱਖ, ਨਾਲ ਆਰਾਧਨਾ ਕਰਿਆ ਕਰ, ਹਰ ਵੇਲੇ ਯਾਦ ਕਰਿਆ ਕਰ। ਇਹ ਮਾਂ ਨੇ ਹੁਣ ਕੀ ਕਰਨਾ ਕਿ ਹਰ ਵੇਲੇ ਤਸਵੀਰ ਨੂੰ ਆਪਣੇ ਨਾਲ ਰੱਖਦੀ ਹੈ ਤੇ ਹਰ ਵੇਲੇ ਪੂਜਾ ਕਰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਲ ਅਵਸਥਾ ਦੇ ਵਿੱਚ ਯਾਦ ਕਰਦੀ ਹੈ। ਬਾਲ ਗੋਬਿੰਦ ਰਾਏ, ਮੈਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੀ। ਪਿਆਰੋ, ਇਤਨੀ ਲਗਨ ਲੱਗ ਗਈ ਉਹ ਤਸਵੀਰ ਦੇ ਨਾਲ ਹੀ, ਇਤਨਾ ਪਿਆਰ ਬਣ ਗਿਆ ਗੁਰੂ ਕਲਗੀਧਰ ਮਹਾਰਾਜ ਜੀ ਦੀ ਉਸ ਤਸਵੀਰ ਦੇ ਨਾਲ, ਉਸ ਫੋਟੋ ਦੇ ਨਾਲ ਇਤਨਾ ਪਿਆਰ ਬਣ ਗਿਆ ਕਿ ਕਦੇ ਛੱਡਦੀ ਕੋਈ ਨਹੀਂ। ਹੁਣ ਇਕੱਲਾਪਣ ਦੂਰ ਹੋ ਗਿਆ। ਹੁਣ ਹਰ ਵੇਲੇ ਇਹ ਮਨ ਵਿੱਚ ਸੋਚਦੀ ਹੈ ਕਿ ਮੇਰੇ ਕੋਲ ਬਾਲ ਗੋਬਿੰਦ ਰਾਏ ਨੇ। ਗੋਬਿੰਦ ਰਾਏ ਹਰ ਵੇਲੇ ਮੇਰੇ ਕੋਲ ਨੇ। ਪਿਆਰ ਹੀ ਕਿਤਨਾ ਹੈ, ਪਿਆਰ ਹੀ ਤੇ ਪਿਆਰੂ ਪਰਮੇਸ਼ਰ ਨੂੰ ਮਿਲਾਉਂਦਾ ਹੈ। ਪਿਆਰ ਨਾਲ ਯਾਦ ਕਰੋ ਤੇ ਪਰਮੇਸ਼ਰ ਹਾਜ਼ਰ ਨਾਜ਼ਰ ਹੈ। ਇੱਕ ਦਿਨ ਬੱਚਿਆਂ ਨੂੰ ਸ਼ਰਾਰਤ ਸੁਝੀ। ਬੱਚਿਆਂ ਨੂੰ ਸ਼ਰਾਰਤ ਇਹ ਸੁਝੀ ਹੈ ਤੇ ਪਰਮੇਸ਼ਰ ਦੇ ਰੰਗ ਪਿਆਰੇ ਸਾਡੇ। ਕਹਿੰਦੇ ਬੱਚਿਆਂ ਨੂੰ ਇਹ ਸ਼ਰਾਰਤ ਸੁਝੀ ਤੇ ਆ ਕੇ ਉਸ ਬਜ਼ੁਰਗ ਮਾਂ ਨੂੰ ਕਹਿੰਦੀ, ਮਾਂ ਇਸ ਸ਼ਹਿਰ ਦੇ ਵਿੱਚ ਭੇੜੀਆ ਆ ਰਿਹਾ ਹੈ, ਭੇੜੀਆ ਆ ਰਿਹਾ ਕਿਧਰੇ। ਕਹਿੰਦੀ ਜੋ ਤੂੰ ਤੇਰੇ ਕੋਲ ਮੂਰਤੀ ਹੈ, ਬਾਲ ਗੋਬਿੰਦ ਰਾਏ ਦੀ ਤਸਵੀਰ ਹੈ, ਤੇਰੇ ਕਿਧਰੋਂ ਖੋ ਕੇ ਨਾ ਲੈ ਜਾਵੇ। ਉਹ ਭੇੜੀਆ ਆ ਰਿਹਾ ਤੇ ਕਈਆਂ ਨੂੰ ਮਾਰ ਵੀ ਦਿੰਦਾ। ਅਸਲ ਦੇ ਵਿੱਚ ਉਹਨਾਂ ਸ਼ਰਾਰਤ ਕੀਤੀ ਬੱਚਿਆਂ ਨੇ। ਤੇ ਮਾਂ ਕਹਿੰਦੀ ਉਹ ਕਿਵੇਂ ਆਵੇਗਾ ਮੇਰੇ ਲਾਗੇ, ਮੇਰੇ ਲਾਗੇ ਨਹੀਂ ਆ ਸਕਦਾ। ਬਾਲ ਗੋਬਿੰਦ ਰਾਏ ਦੀ ਜੋ ਤਸਵੀਰ ਮੇਰੇ ਕੋਲ ਹੈ ਕਿ ਕੋਈ ਨਹੀਂ ਲਿਜਾ ਸਕਦਾ, ਕੋਈ ਨਹੀਂ ਆ ਸਕਦਾ ਮੇਰੇ ਨੇੜੇ। ਕਹਿੰਦੀ ਡਾਂਗ ਫੜ ਲਈ ਤੇ ਦਰਵਾਜ਼ੇ ਦੇ ਵਿੱਚ ਬੈਠ ਗਈ। ਕਹਿੰਦੀ ਆਵੇ ਤਾਂ ਸਹੀ। ਕਹਿੰਦੀ ਇਹ ਭੇੜੀਆ ਕਿਧਰੋਂ ਆਵੇਗਾ, ਮਾਰ ਮੁਕਾਵਾਂਗੀ ਇਸ ਡਾਂਗ ਦੇ ਨਾਲ। ਕਹਿੰਦੀ ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਏ, ਇਸ ਮਾਂ ਨੇ ਨਾ ਕੁਝ ਖਾਧਾ ਨਾ ਕੁਝ ਪੀਤਾ। ਇਸੇ ਤਰ੍ਹਾਂ ਹੀ ਵੇਖ ਰਹੀ ਹੈ ਕਿਧਰੇ ਬਾਲ ਗੋਬਿੰਦ ਰਾਏ ਦੀ ਜੋ ਤਸਵੀਰ ਮੇਰੇ ਕੋਲ ਹੈ, ਇਸ ਨੂੰ ਭੇੜੀਆ ਨੁਕਸਾਨ ਨਾ ਪਹੁੰਚਾਵੇ, ਕਿਉਂਕਿ ਇਹ ਮਾਂ ਤੇ ਸਾਖਸ਼ਾਤ ਸਮਝ ਰਹੀ ਹੈ। ਬਾਲ ਗੋਬਿੰਦ ਰਾਏ ਨਾਲ ਪਿਆਰ ਹੀ ਇਤਨਾ ਕਰਦੀ ਹੈ, ਇਤਨਾ ਪਿਆਰ ਕਰਦੀ ਹੈ, ਸਾਖਸ਼ਾਤ ਭਗਵਾਨ ਸਮਝ ਕੇ ਪੂਜਾ ਕਰਦੀ ਹੈ, ਆਰਾਧਨਾ ਕਰਦੀ ਹੈ। ਸਾਧੂ ਦੇ ਕਹੇ ਹੋਏ ਅਨੁਸਾਰ ਕਹਿੰਦੇ 3-4 ਦਿਨ ਲੰਘ ਗਏ ਤੇ ਅੱਜ ਇਹ ਯਾਦ ਕਰਦੀ ਹੈ ਹਰ ਵੇਲੇ ਬਾਲ ਗੋਬਿੰਦ ਰਾਏ ਨੂੰ। ਬਾਲ ਗੋਬਿੰਦ ਰਾਏ ਨੂੰ ਯਾਦ ਕਰ ਰਹੀ ਹੈ ਕਿ ਕਿਸੇ ਵੇਸ ਦੇ ਵਿੱਚ ਪਿਆਰਿਓ ਬਾਲ ਗੋਬਿੰਦ ਰਾਏ ਆਏ, ਆਖਣ ਲੱਗੇ, ਮਾਂ ਮੈਂ ਹੀ ਹਾਂ ਜਿਸ ਨੂੰ ਤੂੰ ਯਾਦ ਕਰਦੀ ਹੈ, ਮੈਂ ਹੀ ਹਾਂ ਜਿਸ ਨੂੰ ਤੂੰ ਯਾਦ ਪਈ ਕਰਦੀ ਆ। ਕਹਿੰਦੀ ਨਹੀਂ, ਮੈਂ ਤੇਰੇ ਤੇ ਵਿਸ਼ਵਾਸ ਕਿਵੇਂ ਕਰਾਂ, ਮੈਨੂੰ ਪਤਾ ਕਿ ਭੇੜੀਏ ਨੇ ਆਉਣਾ ਹੈ, ਕਿਧਰੇ ਬਾਲ ਗੋਬਿੰਦ ਰਾਏ ਦੀ ਤਸਵੀਰ ਨਾ ਰਹਿ ਜਾਵੇ। ਕਹਿੰਦੀ ਮਾਂ ਮੈਂ ਹੀ। ਕਹਿੰਦੇ ਜੇ ਤੂੰ ਆ, ਜੇ ਆਪ ਹੀ ਆ ਤੇ ਆਪਣੇ ਕਹਿੰਦੇ ਦਰਸ਼ਨ ਦੇ, ਆਪਣੇ ਦਰਸ਼ਨ ਦੇ। ਕਹਿੰਦੇ ਉਸੇ ਵੇਲੇ ਬਾਲ ਅਵਸਥਾ ਦੇ ਵਿੱਚ ਉਸ ਬਾਲ ਨੂੰ ਪਿਆਰੇ ਬਾਲ ਗੋਬਿੰਦ ਰਾਏ ਨੇ ਦਰਸ਼ਨ ਦਿੱਤੇ। ਬਾਲ ਗੋਬਿੰਦ ਰਾਏ ਨੇ ਦਰਸ਼ਨ ਦਿੱਤੇ। ਪਾਇਓ ਬਾਲ ਬੁੱਧਰੇ ਜਦੋਂ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਨਾ ਪਿਆਰਿਓ ਕਿ ਉਹ ਪਰਮੇਸ਼ਰ ਸਾਖਸ਼ਾਤ ਆਪ ਹੀ ਹੋ ਜਾਂਦਾ। ਪਿਆਰ ਹੋਣਾ ਚਾਹੀਦਾ ਮਨ ਅੰਦਰ, ਸ਼ਰਧਾ ਹੋਣੀ ਚਾਹੀਦੀ ਹੈ, ਭਾਵਨਾ ਹੋਣੀ ਚਾਹੀਦੀ ਹੈ। ਮਾਂ ਹੁਣ ਤੈਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ, ਹੁਣ ਮੈਂ ਤੇਰੇ ਕੋਲ ਆ ਗਈ, ਹੁਣ ਮੈਂ ਤੇਰੇ ਕੋਲ ਹੀ ਰਵਾਂਗਾ। ਜਦੋਂ ਤੂੰ ਯਾਦ ਕਰੇਗੀ ਉਦੋਂ ਹੀ ਮੈਂ ਤੇਰੇ ਕੋਲ ਆ ਜਾਵਾਂਗਾ। ਗੋਬਿੰਦ ਭੇਟੇ ਗੁਰ ਗੋਸਾਈ, ਜਦੋਂ ਉਸ ਮਾਲਕ ਦੇ ਨਾਲ ਮਿਲਾਪ ਹੋ ਜਾਂਦਾ ਪਿਆਰਿਓ, ਫਿਰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ, ਕੋਈ ਤੌਖਲਾ ਨਹੀਂ ਰਹਿ ਜਾਂਦਾ। ਜਦੋਂ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ। ਰਹਾਉ ਆਇਆ ਪ੍ਰਭੂ ਦਰਬਾਰਾ, ਜਦੋਂ ਸਿੱਖ ਆਪਣੇ ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚ ਜਾਂਦਾ, ਗੁਰੂ ਘਰ ਦੇ ਵਿੱਚ ਪਹੁੰਚ ਜਾਂਦਾ, ਗੁਰੂ ਦੇ ਕੋਲ ਪਹੁੰਚ ਜਾਂਦਾ ਹੈ, ਤਾਂ ਸਗਲੇ ਮਿਟੀ ਪੁਕਾਰਾ। ਹੁਣ ਹੋਰ ਕਿਸੇ ਦੀ ਕੋਲ ਫਰਿਆਦੀ ਹੋਣ ਦੀ ਲੋੜ ਨਹੀਂ ਰਹਿ ਜਾਂਦੀ।
ਕਿਸੇ ਦੇ ਕੋਲ ਪੁਕਾਰਾਂ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਜਦੋਂ ਅਸੀਂ ਮਾਲਕ ਦੇ ਕੋਲ ਆ ਜਾਂਦੇ ਹਾਂ, ਜਦੋਂ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆ ਜਾਂਦੇ ਹਾਂ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛਤ। ਜਦੋਂ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਾਂ, ਫਿਰ ਕਿਸੇ ਦੇ ਕੋਲ ਫਰਿਆਦੀ ਹੋਣ ਦੀ ਲੋੜ ਨਹੀਂ ਰਹਿ ਜਾਂਦੀ। ਫਿਰ ਉਸ ਮਾਲਕ ਦੇ ਨਾਲ ਨਿਭ ਲੱਗ ਜਾਂਦੀ ਹੈ। ਲਾਗੀ ਪ੍ਰੀਤ ਸਜਾਨ ਸਿਓ, ਵਰਜੇ ਲੋਕ ਅਜ਼ਾਨ, ਤਾਂ ਸਿਓ ਟੂਟੀ ਕਿਉਂ ਬਣੇ ਜਾਂ ਕੇ ਜੀ ਪ੍ਰਾਣ। ਜਦੋਂ ਗੁਰੂ ਦੇ ਦਰ ਤੇ ਆ ਗਿਆ ਤੇ ਫਿਰ ਸਤਿਗੁਰੂ ਨੇ ਪੁਕਾਰ ਸੁਣ ਲਈ। ਪੁਕਾਰ ਸੁਣ ਲਈ, ਹੁਣ ਹੋਰ ਕਿਸੇ ਦੇ ਕੋਲ ਪੁਕਾਰ ਕਰਨ ਦੀ ਲੋੜ ਨਹੀਂ ਰਹਿ ਗਈ। ਜਦੋਂ ਉਸ ਮਾਲਕ ਦੇ ਚਰਨਾਂ ਦੇ ਵਿੱਚ ਅਸੀਂ ਮਨੋਂ ਪੁਕਾਰ ਕਰਦੇ ਹਾਂ, ਪਿਆਰਿਓ ਪ੍ਰਭੂ ਨੂੰ ਮਿਲਣ ਵਾਸਤੇ ਯਾਦ ਕਰਦੇ ਹਾਂ, ਤੇ ਪ੍ਰਭੂ ਸਾਡੇ ਅੰਗ ਸੰਗ ਹੋ ਜਾਂਦਾ ਹੈ। ਉਹ ਸਾਡੇ ਕੋਲ ਹੁੰਦਾ ਹੈ, ਉਹ ਦੂਰ ਕਿਧਰੇ ਨਹੀਂ ਆ। ਲੱਭਦ ਆਪਣੇ ਪਾਈ, ਤਾਂ ਕਤ ਆਵੇ ਕਤ ਜਾਈ। ਲੱਭ ਤੋਂ ਭਾਵ ਹੈ ਜਿਸ ਵਸਤੂ ਨੂੰ ਲੱਭਦੇ ਫਿਰਦੇ ਸੀ। ਵੈਸੇ ਵੀ ਜੋ ਸਾਡੀ ਪ੍ਰਾਲਬਧ ਹੈ ਉਹ ਸਾਨੂੰ ਮਿਲ ਜਾਂਦੀ ਹੈ, ਪਰ ਇਹ ਲੱਭਦ ਕਿਹੜੀ ਮਿਲ ਗਈ? ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਮਿਲ ਗਿਆ। ਲੱਭਦ ਆਪਣੀ ਪਾਈ, ਤਾਂ ਕਤ ਆਵੇ ਕਤ ਜਾਈ। ਹੁਣ ਪਰਮੇਸ਼ਰ ਦਾ ਨਾਮ ਇੱਕ ਵਾਰੀ ਪਿਆਰਿਓ ਜਿਸ ਨੇ ਜਪ ਲਿਆ, ਜਿਸ ਦੇ ਹਿਰਦੇ ਘਟ ਦੇ ਵਿੱਚ ਆ ਗਿਆ, ਉਹ ਕਿਧਰੇ ਪਰਮੇਸ਼ਰ ਬਾਹਰ ਨਹੀਂ ਜੇ ਜਾਂਦਾ। ਜਦੋਂ ਹਿਰਦੇ ਘਟ ਦੇ ਵਿੱਚ ਵਸ ਜਾਂਦਾ ਹੈ, ਮੋਰੇ ਹਿਰਦੇ ਬਸੋ ਗੋਪਾਲ। ਇਹ ਅਰਦਾਸ ਬੇਨਤੀ ਪਹਿਲੋਂ ਕਰੀਏ, ਵਾਹਿਗੁਰੂ ਜੀ ਮੇਰੇ ਹਿਰਦੇ ਘਟ ਦੇ ਵਿੱਚ ਤੁਸੀਂ ਵਸ ਜਾਓ। ਲੱਭਦ ਆਪਣੀ ਪਾਈ, ਹੁਣ ਪਰਮੇਸ਼ਰ ਦਾ ਨਾਮ ਮਿਲ ਗਿਆ। ਹੁਣ ਕਿਸੇ ਗੱਲ ਦੀ ਕਿਧਰੇ ਜਾਣ ਦੀ ਲੋੜ ਨਹੀਂ ਰਹਿ ਗਈ। ਤਾਂ ਕਤ ਆਵੇ ਕਤ ਜਾਈ, ਹੁਣ ਨਹੀਂ ਹੋ ਜਾਂਦਾ। ਹੁਣ ਸਿੱਖ ਜਾਂਦਾ ਵੀ ਨਹੀਂ ਦੂਸਰੇ ਪਾਸੇ ਕਿਤੇ। ਤੈਂ ਸਾਚ ਨਿਆਏ ਨਵੇਰਾ, ਉਹਦੇ ਘਰ ਦੇ ਵਿੱਚ ਪਿਆਰਿਓ ਸੱਚਾ ਨਿਵੇੜਾ ਹੈ। ਉਹਦੇ ਘਰ ਦੇ ਵਿੱਚ ਸੱਚੇ ਹੀ ਸੱਚ ਨਿਬੜੈ। ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਇ ਕੂੜਿਆ, ਮੂੰਹ ਕਾਲੇ ਦੋਜਕ ਚਾਲਿਆ। ਤੇਰੇ ਨਾਇਰ ਤਿਸੇ ਜਣ ਗਏ, ਹਾਰ ਗਏ ਸੇ ਠਗਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਲੱਭਦ ਆਪਣੀ ਪਾਈ, ਤਾਂ ਕਤ ਆਵੇ ਕਤ ਜਾਈ। ਪਿਆਰਿਓ ਜੋ ਸਾਡੀ ਪ੍ਰਾਲਬਧ ਹੈ ਉਹ ਸਾਨੂੰ ਮਿਲ ਜਾਂਦੀ ਹੈ। ਦੁਨੀਆ ਦੇ ਵਿੱਚ ਜਿਹੜੀਆਂ ਅਸੀਂ ਦਾਤਾਂ ਲੱਭਦੇ ਹਾਂ ਉਹ ਵੀ ਮਿਲ ਜਾਂਦੀਆਂ ਨੇ, ਤੇ ਨਾਮ ਰੂਪੀ ਦਾਤ ਤੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਜਿਹੜਾ ਸਿੱਖ ਜੁੜ ਜਾਂਦਾ ਉਸ ਮਾਲਕ ਦੇ ਚਰਨਾਂ ਦੇ ਨਾਲ। ਪਿਆਰਿਓ ਇੱਕ ਰਾਜਾ, ਜਿਸ ਦਾ ਕੰਮ ਇਹ ਸੀ ਕਿ ਉਹ ਦਾਨ ਬਹੁਤ ਕਰਿਆ ਕਰਦਾ ਸੀ, ਬਹੁਤ ਦਾਨ ਵੰਡਦਾ ਸੀ। ਦਾਨ ਬਹੁਤ ਵੰਡਦਾ ਸੀ ਤੇ ਉਸਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਹੋਇਆ ਕਰਦੀ ਸੀ ਕਿ ਮੈਂ ਜਿਸ ਨੂੰ ਦਾਨ ਦਿੰਦਾ ਉਹ ਮੇਰੀ ਉਸਤਤ ਕਰੇ। ਉਹਦੇ ਮਨ ਦੇ ਵਿੱਚ ਇਹ ਹੋਇਆ ਕਰਦਾ ਸੀ ਕਿ ਉਹ ਮੇਰੀ ਉਸਤਤ ਕਰੇ। ਜਿਹੜਾ ਤੇ ਕੋਈ ਉਸਤਤ ਦੇ ਪੁਲ ਬਣਦਾ ਸੀ ਉਸ ਤੇ ਬੜਾ ਖੁਸ਼ ਹੁੰਦਾ ਸੀ, ਤੇ ਜੇ ਕੋਈ ਉਹਦੀ ਉਸਤਤ ਨਹੀਂ ਸੀ ਕਰਦਾ ਤੇ ਉਸ ਦੇ ਨਾਲ ਮਨ ਦੇ ਵਿੱਚ ਗੱਲ ਰੱਖਦਾ ਸੀ, ਕਹਿੰਦਾ ਕੋਈ ਨਹੀਂ ਸੀ। ਇੱਕ ਕ੍ਰਿਸ਼ਨ ਤੇ ਇੱਕ ਗੋਪਾਲ, ਇਹ ਵੀ ਰੋਜ਼ ਜਿੱਥੇ ਭਿਖਾਰੀ ਲੈਣ ਵਾਸਤੇ ਜਾਂਦੇ ਨੇ ਰਾਜੇ ਦੇ ਕੋਲ ਦਾਨ, ਤੇ ਇਹ ਕ੍ਰਿਸ਼ਨ ਵੀ ਜਾਂਦਾ ਤੇ ਗੋਪਾਲ ਵੀ ਜਾਂਦਾ। ਕਹਿੰਦੇ ਕ੍ਰਿਸ਼ਨ ਜਦੋਂ ਜਾਂਦਾ ਹੈ, ਰਾਜੇ ਨੇ ਜਦੋਂ ਦਸ਼ਨਾ ਦੇਣੀ ਤੇ ਕ੍ਰਿਸ਼ਨ ਨੇ ਕੀ ਕਰਨਾ? ਬੜੇ ਸਿਫਤਾਂ ਦੇ ਪੁਲ ਬੰਨਣੇ, ਬੜੇ ਸਿਫਤਾਂ ਦੇ ਪੁਲ ਬੰਨਣੇ। ਆਖਣ ਲੱਗੇ, ਰਾਜਨ ਤੁਹਾਡੇ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ। ਤੁਸੀਂ ਸਾਨੂੰ ਦਾਨ ਦਿੰਦੇ ਹੋ ਤੇ ਅਸੀਂ ਖਾਂਦੇ ਹਾਂ। ਉਹਨੇ ਸਿਫਤਾਂ ਕਰੀ ਜਾਣੀਆਂ। ਰਾਜੇ ਨੇ ਬੜਾ ਖੁਸ਼ ਹੋਣਾ, ਇਹ ਕ੍ਰਿਸ਼ਨ ਬਹੁਤ ਚੰਗਾ ਹੈ, ਇਹ ਮੇਰੀ ਬੜੀ ਉਸਤਤ ਕਰਦਾ ਹੈ। ਪਿਆਰਿਓ ਸਾਨੂੰ ਉਸਤਤ ਕਰਨ ਵਾਲਾ ਚੰਗਾ ਲੱਗਦਾ ਹੈ। ਜੇ ਕੋਈ ਸੱਚ ਦੱਸੇ ਤੇ ਉਹ ਸਾਨੂੰ ਮਾੜਾ ਲੱਗ ਜਾਂਦਾ, ਉਸੇ ਵੇਲੇ ਹੀ ਮਾੜਾ ਲੱਗ ਜਾਂਦਾ। ਤੇ ਜੇ ਕੋਈ ਉਸਤਤ ਕਰੇ ਨਾ, ਭਾਵੇਂ ਝੂਠੀ ਬੂਠੀ ਉਸਤਤ ਕਰੀ ਜਾਵੇ, ਉਹ ਬੜਾ ਚੰਗਾ ਲੱਗਦਾ। ਹੁਣ ਕ੍ਰਿਸ਼ਨ ਉਸਤਤ ਕਰਦਾ ਸੀ ਤੇ ਗੋਪਾਲ ਉਸਤਤ ਕਰਦਾ ਕੋਈ ਨਹੀਂ ਸੀ। ਇਸੇ ਤਰ੍ਹਾਂ ਲਗਾਤਾਰ ਇਹਨਾਂ ਰੋਜ਼ ਆਇਆ ਕਰਨਾ, ਰੋਜ਼ ਆਇਆ ਕਰਨਾ। ਕ੍ਰਿਸ਼ਨ ਨੇ ਆਪਣਾ ਦਾਨ ਲੈਣਾ ਰਾਜੇ ਕੋਲੋਂ, ਗੋਪਾਲ ਨੇ ਆਪਣਾ ਲੈਣਾ। ਪਰ ਗੋਪਾਲ ਨੇ ਪਤਾ ਕੀ ਕਹਿਣਾ? ਜਿਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ, ਲੱਭਦ ਆਪਣੀ ਪਾਈ। ਵਾਹਿਗੁਰੂ ਜੀ ਤੁਸੀਂ ਕਿਤਨੇ ਬੇਅੰਤ ਹੋ, ਤੁਸੀਂ ਕਿੱਡੀ ਰਹਿਮਤ ਕਰਦੇ ਹੋ।
ਉਸਨੇ ਉੱਪਰ ਨੂੰ ਹੱਥ ਕਰਕੇ ਮਾਲਕ ਦੇ ਚਰਨਾਂ ਦੇ ਵਿੱਚ ਆਖਣਾ, ਮਾਲਕ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਅੱਜ ਖਾਣ ਵਾਸਤੇ ਤੁਸੀਂ ਇਹ ਰਸਤਾਂ ਬਸਤਾਂ ਦਿੱਤੀਆਂ, ਇਹ ਦਾਨ ਤੁਸੀਂ ਬਖਸ਼ਿਸ਼ ਕੀਤਾ ਹੈ। ਰਾਜੇ ਨੇ ਬੜਾ ਦੁਖੀ ਹੋਣਾ, ਆਖਣਾ ਇਹ ਗੋਪਾਲ ਜਦੋਂ ਵੀ ਕਹਿੰਦਾ ਹੈ, ਕਹਿੰਦੀ ਉਸ ਪਰਮੇਸ਼ਰ ਦੀ ਗੱਲ ਕਰਦਾ ਹੈ, ਦਾਨ ਇਸ ਨੂੰ ਮੈਂ ਦਿੰਦਾ, ਮੇਰਾ ਨਾਮ ਲੈਂਦਾ ਹੀ ਨਹੀਂ ਕਦੀ, ਮੇਰਾ ਨਾਮ ਕਦੀ ਨਹੀਂ ਲੈਂਦਾ। ਕਹਿੰਦੇ ਇਸ ਨੂੰ ਮੈਂ ਸਬਕ ਜ਼ਰੂਰ ਸਿਖਾਵਾਂਗਾ, ਇਸ ਨੂੰ ਮੈਂ ਸਬਕ ਸਿਖਾਵਾਂਗਾ, ਇਸ ਨੂੰ ਪਤਾ ਲੱਗਦਾ ਨਹੀਂਗਾ ਕਿ ਇਹ ਪਰਮੇਸ਼ਰ ਦਾ ਖਾਂਦਾ ਕਿ ਮੇਰਾ ਖਾਂਦਾ। ਕਹਿੰਦੇ ਇਸ ਨੂੰ ਮੈਂ ਜ਼ਰੂਰ ਸਬਕ ਸਿਖਾਵਾਂਗਾ। ਮਨ ਹੀ ਅੰਦਰ ਧਾਰਣਾ, ਮਨ ਦੇ ਅੰਦਰ ਧਾਰਣੀ। ਇੱਕ ਦਿਨ ਕ੍ਰਿਸ਼ਨ ਵੀ ਆਇਆ ਤੇ ਗੋਪਾਲ ਵੀ ਆਇਆ। ਕ੍ਰਿਸ਼ਨ ਨੂੰ ਕਹਿੰਦਾ, ਕ੍ਰਿਸ਼ਨ ਤੇ ਖੁਸ਼ ਬਹੁਤ ਸੀ ਨਾ, ਕ੍ਰਿਸ਼ਨ ਤੇ ਬਹੁਤ ਖੁਸ਼ ਸੀ। ਕ੍ਰਿਸ਼ਨ ਨੂੰ ਕਹਿੰਦਾ ਵੀ ਕ੍ਰਿਸ਼ਨ, ਅੱਜ ਤੈਨੂੰ ਮੈਂ ਵੈਸੇ ਦਾਨ ਨਹੀਂ ਦੇਣਾ, ਪਰ ਅੱਜ ਤੂੰ ਜਿਸ ਪਾਸਿਓਂ ਦੀ ਮੈਂ ਆਉਂਦਾ ਨਾ, ਮੇਰੇ ਮਹਿਲਾਂ ਦੇ ਕੋਲ ਕੋਲ ਲੰਘ ਕੇ ਮੈਂ ਆਉਂਦਾ, ਉਸੇ ਰਸਤੇ ਕਹਿੰਦੇ ਤੂੰ ਜਾਣਾ, ਉਸੇ ਰਸਤੇ ਤੂੰ ਜਾਵੀਂ ਜਿਸ ਰਸਤੇ ਮੈਂ ਆਉਂਦਾ। ਕ੍ਰਿਸ਼ਨ ਬੜਾ ਖੁਸ਼ ਹੋਇਆ, ਕ੍ਰਿਸ਼ਨ ਬੜਾ ਖੁਸ਼ ਹੋਇਆ ਕਿ ਜਿਸ ਰਸਤੇ ਦੀ ਰਾਜਾ ਆਪ ਤੁਰ ਕੇ ਆਉਂਦਾ ਹੈ ਤੇ ਮੈਨੂੰ ਆਖ ਰਿਹਾ ਕਿ ਮੇਰੇ ਮਹਿਲਾਂ ਦੇ ਕੋਲ ਕੋਲ ਲੰਘ ਕੇ ਜਾਣਾ। ਬਹੁਤ ਖੁਸ਼ ਹੋਇਆ, ਬਹੁਤ ਖੁਸ਼ ਹੋਇਆ ਤੇ ਗੋਪਾਲ ਨੂੰ ਵੀ ਇਹ ਗੱਲ ਆਖੀ। ਉਸ ਤੋਂ ਮਗਰੋਂ ਆਖਣ ਲੱਗੇ ਕਿ ਤੂੰ ਵੀ ਜਾਣਾ ਉਸੇ ਰਸਤੇ। ਹੁਣ ਇਹ ਮਗਰ ਥੋੜੀ ਦੇਰ ਬਾਅਦ ਜਿਸ ਵੇਲੇ ਕ੍ਰਿਸ਼ਨ ਗਿਆ ਤੇ ਪਿਆਰੀ ਖੁਸ਼ਬੂਆਂ ਖਿਲਾਰੀਆਂ ਹੋਈਆਂ ਸਨ, ਉਹ ਇਤਨਾ ਆਨੰਦਿਤ ਹੋ ਗਿਆ, ਆਨੰਦ ਦੇ ਵਿੱਚ ਤੇ ਮਨ ਦੇ ਵਿੱਚ ਸੋਚਿਆ ਕਿ ਇਹ ਤੇ ਬੜਾ ਹੀ ਆਨੰਦ ਬਣਿਆ। ਇਹ ਤੇ ਇਵੇਂ ਪ੍ਰਤੀਤ ਹੁੰਦਾ ਕਿ ਜਿਵੇਂ ਕੋਈ ਸਵਰਗ ਦਾ ਰਸਤਾ ਹੋਵੇ, ਮਹਿਕਾਂ ਖਿਲਾਰੀਆਂ ਹੋਈਆਂ, ਫੁੱਲ ਲੱਗੇ ਹੋਏ, ਗੁਲਦਸਤੇ ਲੱਗੇ ਹੋਏ, ਬੜੀ ਸੁੰਦਰ ਜਗ੍ਹਾ। ਕਹਿੰਦਾ ਇਸ ਤਰ੍ਹਾਂ ਦੀ ਜਗ੍ਹਾ ਮੈਂ ਕਦੇ ਦੇਖੀ। ਆਨੰਦ ਦੇ ਵਿੱਚ ਕਹਿੰਦਾ ਮੈਂ ਅੱਖਾਂ ਮੀਟ ਕੇ ਲੰਘ ਜਾਵਾਂਗਾ, ਅੱਖਾਂ ਮੀਟ ਕੇ ਹੀ ਇੱਥੇ ਤੇ ਲੰਘ ਜਾਵਾਂਗਾ। ਇੱਥੇ ਕਿਹੜਾ ਕੋਈ ਡੱਕ ਡਕਈਆ ਹੈ, ਰਾਜੇ ਦਾ ਰਸਤਾ ਆਉਣ ਜਾਣ ਦਾ ਕਿਸੇ ਨੇ ਆਉਣਾ ਨਹੀਂ। ਇਸ ਨੇ ਅੱਖਾਂ ਮੀਟੀਆਂ ਤੇ ਲੰਘ ਗਿਆ। ਹੁਣ ਪਿਆਰੀ ਗੋਪਾਲ ਜਿਸ ਵੇਲੇ ਲੰਘਣ ਲੱਗਾ ਤੇ ਗੋਪਾਲ ਨੇ ਕੀ ਵੇਖਿਆ, ਉਹ ਅੱਖਾਂ ਖੋਲ ਕੇ ਜਾ ਰਿਹਾ ਸੀ, ਅੱਖਾਂ ਖੋਲ ਕੇ ਜਾ ਰਿਹਾ ਸੀ। ਵੇਖਿਆ ਇੱਕ ਮੋਹਰਾਂ ਦੀ ਗਾਗਰ, ਇੱਕ ਮੋਹਰਾਂ ਦੀ ਗਾਗਰ ਪਈ ਹੋਈ ਜਿਹੜੀ ਰਾਜੇ ਨੇ ਆਪ ਰੱਖੀ ਸੀ। ਗੋਪਾਲ ਨੇ ਵੇਖਿਆ ਇਹਦੀ ਮੋਹਰਾਂ ਦੀ ਗਾਗਰ ਹੈ। ਮੋਹਰਾਂ ਦੀ ਗਾਗਰ ਚੁੱਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ। ਮਹਾਰਾਜ ਤੁਸੀਂ ਅੱਜ ਤੇ ਬੜੀ ਵੱਡੀ ਦਇਆ ਕੀਤੀ ਮੇਰੇ ਤੇ, ਆ ਮੋਹਰਾਂ ਦੀ ਗਾਗਰ ਕਹਿੰਦੀ ਮੈਨੂੰ ਮਿਲ ਗਈ। ਜਿਸ ਵੇਲੇ ਘਰ ਪਹੁੰਚਿਆ ਤੇ ਦੂਸਰੇ ਦਿਨ ਨੂੰ ਫੇਰ ਜਾਣਾ ਸੀ ਇਹਨਾਂ ਰਾਜੇ ਦੇ ਦਰਬਾਰ ਦੇ ਵਿੱਚ। ਜਿਸ ਵੇਲੇ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚੇ, ਰਾਜਾ ਕ੍ਰਿਸ਼ਨ ਨੂੰ ਪੁੱਛਦਾ ਕਿ ਤੂੰ ਜਿਸ ਰਸਤੇ ਗਿਆ ਸੀ ਤੈਨੂੰ ਕੁਝ ਮਿਲਿਆ? ਕਹਿੰਦੇ ਜਿਸ ਰਸਤੇ ਤੂੰ ਗਿਆ ਤੈਨੂੰ ਕੁਝ ਮਿਲਿਆ? ਕਹਿੰਦੇ ਨਹੀਂ। ਕਹਿੰਦੇ ਜਿਸ ਰਸਤੇ ਤੁਸੀਂ ਆਉਂਦੇ ਜਾਂਦੇ ਹੋ ਖੁਸ਼ਬੂਆਂ ਬੜੀਆਂ ਆਨੰਦ ਵਾਲੀਆਂ ਆ ਰਹੀਆਂ ਸਨ, ਬੜਾ ਸੁੰਦਰ ਰਸਤਾ ਸੀ ਤੇ ਮੈਂ ਇਤਨਾ ਆਨੰਦ ਵਿੱਚ ਚਲਿਆ ਗਿਆ। ਆਨੰਦ ਲੈਂਦਾ ਹੋਇਆ ਮੈਂ ਸੋਚਿਆ ਅੱਖਾਂ ਮੀਟ ਕੇ ਜਾਂਦਾ ਹਾਂ, ਅੱਖਾਂ ਮੀਟ ਕੇ ਲੰਘ ਗਿਆ। ਤੇ ਫਿਰ ਕਹਿੰਦੇ ਗੋਪਾਲ ਕਹਿੰਦੇ ਤੂੰ ਵੀ ਉਸੇ ਰਸਤੇ ਗਿਆ? ਕਹਿੰਦੇ ਹਾਂ ਰਾਜਾ ਸਾਹਿਬ ਮੈਂ ਵੀ ਉਸੇ ਰਸਤੇ ਗਿਆ, ਪਰ ਬੜੀ ਮਾਲਕ ਦੀ ਬਖਸ਼ਿਸ਼ ਹੋਈ, ਉਸ ਪਰਮੇਸ਼ਰ ਦੀ ਬੜੀ ਰਹਿਮਤ ਹੋਈ, ਮੈਨੂੰ ਤੇ ਮੋਹਰਾਂ ਦੀ ਗਾਗਰ ਮਿਲੀ, ਮੈਨੂੰ ਮੋਹਰਾਂ ਦੀ ਗਾਗਰ ਮਿਲੀ। ਹੁਣ ਰਾਜੇ ਨੇ ਸੋਚਿਆ ਕੱਲ ਨੂੰ ਕਹਿੰਦੇ ਜਦੋਂ ਇਹ ਆਉਣਗੇ ਤੇ ਕੋਈ ਨਹੀਂ, ਕੱਲ ਨੂੰ ਫਿਰ ਮੈਂ ਕਹਿੰਦੇ ਕ੍ਰਿਸ਼ਨ ਦੇ ਅੱਗੇ ਹੀ ਕੁਝ ਰੱਖਾਂਗਾ। ਦੂਸਰਾ ਦਿਨ ਹੋਇਆ ਤੇ ਰਾਜੇ ਨੇ ਕੀ ਕੀਤਾ, ਜਦੋਂ ਦਸ਼ਨਾ ਦੇਣ ਲੱਗਾ ਨਾ, ਇੱਕ ਥੋੜੀ ਦਸ਼ਨਾ ਦਿੱਤੀ। ਇੱਕ ਤਰਬੂਜ ਵੱਡਾ ਸਾਰਾ, ਜਿਸ ਨੂੰ ਹਦਵਾਣਾ ਅਸੀਂ ਆਖਦੇ ਹਾਂ, ਵਾਟਰਮੈਲਨ ਵੀ ਆਖਦੇ ਆ। ਕਹਿੰਦੇ ਵੱਡਾ ਸਾਰਾ ਹਦਵਾਣਾ ਰਾਜੇ ਨੇ ਕ੍ਰਿਸ਼ਨ ਨੂੰ ਦਿੱਤਾ। ਕਹਿੰਦੇ ਆ ਲੈ ਜਾ, ਆ ਲੈ ਜਾ। ਉਸਨੇ ਸੋਚਿਆ ਇਹ ਮੇਰੇ ਕਿਸ ਕੰਮ ਹੈ। ਰਸਤੇ ਦੇ ਵਿੱਚ ਦੁਕਾਨਦਾਰ ਨੂੰ ਕਹਿੰਦਾ ਵੀ ਆ ਲੈ ਇਸ ਦੇ ਮੈਨੂੰ ਪੈਸੇ ਦੇ ਦੇ। ਉਹ ਦੇ ਕੇ ਚਲਿਆ ਗਿਆ, ਉਸਨੇ ਪੈਸੇ ਦੇ ਦਿੱਤੇ। ਦੁਕਾਨਦਾਰ ਨੇ ਆਪਣੇ ਕੋਲ ਵੇਚਣ ਵਾਸਤੇ ਫਿਰ ਰੱਖ ਲਿਆ।
ਹੁਣ ਗੋਪਾਲ ਨੂੰ ਰਾਜੇ ਨੇ ਆਖਿਆ ਕਿ ਤੂੰ ਵੀ ਜਾ। ਦਸ਼ਨਾ ਥੋੜੀ ਜੀ ਦਿੱਤੀ, ਕਹਿੰਦੇ ਤੂੰ ਵੀ ਜਾ। ਉਹ ਜਾਂਦਿਆਂ ਹੋਇਆ ਉਸਨੇ ਕੀ ਵੇਖਿਆ, ਉਹ ਦੁਕਾਨਦਾਰ ਜਿਸ ਦੇ ਕੋਲ ਕ੍ਰਿਸ਼ਨ ਵੇਚ ਕੇ ਗਿਆ ਸੀ ਹਦਵਾਣਾ, ਉਹ ਤਰਬੂਜ ਵੇਚ ਕੇ ਗਿਆ, ਉਹ ਸਾਹਮਣੇ ਪਿਆ ਵੇਖਿਆ ਤੇ ਮਨ ਦੇ ਵਿੱਚ ਸੋਚਿਆ, ਕਹਿੰਦੇ ਬੱਚਿਆਂ ਵਾਸਤੇ ਕੁਝ ਖਾਣ ਵਾਸਤੇ ਲੈ ਜਾਣਾ ਹਦਵਾਣਾ। ਹਦਵਾਣਾ ਜਿਸ ਵੇਲੇ ਲਿਆ, ਪੈਸੇ ਦੇ ਕੇ ਜਿਹੜੀ ਦਸ਼ਨਾ ਮਿਲੀ ਉਹ ਪੈਸੇ ਉਸੇ ਦੇ ਦਿੱਤੇ, ਦੁਕਾਨਦਾਰ ਨੂੰ ਦੇ ਕੇ ਹਦਵਾਣਾ ਆਪਣੇ ਘਰ ਲੈ ਗਿਆ। ਜਿਸ ਵੇਲੇ ਘਰ ਲੈ ਕੇ ਗਿਆ ਤੇ ਘਰ ਜਾ ਕੇ ਚੀਰਨ ਲੱਗਾ ਤੇ ਉਹ ਰਾਜੇ ਨੇ ਕੀ ਕੀਤਾ ਹੋਇਆ ਸੀ, ਉਸ ਹਦਵਾਣੇ ਦਾ ਵਿੱਚੋਂ ਫੋਕ ਕੱਢ ਕੇ ਉਸ ਦੇ ਵਿੱਚ ਹੀਰੇ ਭਰੇ ਹੋਏ ਸਨ। ਉਸ ਦੇ ਵਿੱਚ ਬਹੁਤ ਕੀਮਤੀ ਵਸਤੂਆਂ, ਹੀਰੇ ਭਰੇ ਹੋਏ। ਜਿਸ ਵੇਲੇ ਉਹਨਾਂ ਨੇ ਖੋਲ੍ਹਿਆ, ਗੋਪਾਲ ਨੇ ਖੋਲ੍ਹਿਆ ਤੇ ਉਹਦੇ ਵਿੱਚੋਂ ਹੀਰੇ ਮਿਲੇ। ਉਸਨੇ ਕ੍ਰਿਸ਼ਨ ਨੂੰ ਆਖਿਆ ਕਿ ਮੈਂ ਦੁਕਾਨਦਾਰ ਤੋਂ ਕਹਿੰਦੇ ਹਦਵਾਣਾ ਖਰੀਦ ਕੇ ਲਿਆਇਆ, ਆਹ ਵੇਖ ਕਹਿੰਦੇ ਇਹਦੇ ਵਿੱਚੋਂ ਹੀਰੇ ਮਿਲੇ। ਇਸ ਦੇ ਵਿੱਚੋਂ ਮੈਨੂੰ ਹੁਣ ਕਹਿੰਦੇ ਰਾਜੇ ਕੋਲ ਜਾਣ ਦੀ ਲੋੜ ਕੋਈ ਨਹੀਂ, ਪਰ ਫਿਰ ਵੀ ਮੈਂ ਜਾਵਾਂਗਾ ਤੇਰੇ ਨਾਲ। ਕਹਿੰਦੇ ਮੈਨੂੰ ਜਾਣ ਦੀ ਲੋੜ ਕੋਈ ਨਹੀਂ ਰਹਿ ਗਈ, ਪਰਮੇਸ਼ਰ ਨੇ ਬੜੀ ਬਖਸ਼ਿਸ਼ ਕਰ ਦਿੱਤੀ ਹੈ, ਰਹਿਮਤ ਇਤਨੀ ਕਰ ਦਿੱਤੀ ਹੈ ਕਿ ਹੁਣ ਮੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਹੁਣ ਨਹੀਂ ਮੈਂ ਕਿਧਰੇ ਜਾਵਾਂਗਾ। ਹੁਣ ਕਹਿੰਦੇ ਦੂਸਰੇ ਦਿਨ ਫੇਰ ਗਏ। ਜਿਸ ਵੇਲੇ ਪਹੁੰਚੇ ਤੇ ਕ੍ਰਿਸ਼ਨ ਨੂੰ ਰਾਜਾ ਪੁੱਛਦਾ ਕਿ ਕ੍ਰਿਸ਼ਨ, ਜਿਹੜਾ ਤੈਨੂੰ ਹਦਵਾਣਾ ਦਿੱਤਾ ਖਾਣ ਵਾਸਤੇ, ਵਾਟਰਮੈਲਨ ਦਿੱਤਾ, ਉਹ ਖਾਧਾ ਤੁਸੀਂ? ਕਹਿੰਦੇ ਨਹੀਂ, ਮੈਂ ਦੁਕਾਨ ਤੇ ਵੇਚ ਗਿਆ, ਮੈਂ ਕਿਹਾ ਕਿਸ ਕੰਮ ਆ? ਤੇ ਕਹਿੰਦੇ ਉਹੀਓ ਹੀ ਹਦਵਾਣਾ ਕਹਿੰਦੇ ਗੋਪਾਲ ਨੇ ਖਰੀਦ ਲਿਆ। ਜਿਸ ਵੇਲੇ ਉਹਨਾਂ ਘਰ ਦੇ ਵਿੱਚ ਕੱਟਿਆ, ਕਹਿੰਦੇ ਉਹਦੇ ਵਿੱਚ ਤੇ ਹੀਰੇ ਨਿਕਲੇ। ਹੁਣ ਕਹਿੰਦੇ ਗੋਪਾਲ ਕਹਿੰਦਾ ਮੈਨੂੰ ਰਾਜੇ ਕੋਲ ਜਾਣ ਦੀ ਲੋੜ ਕੋਈ ਨਹੀਂ ਆ, ਉਸ ਨੂੰ ਦਸ਼ਨਾ ਦੀ ਹੁਣ ਲੋੜ ਕੋਈ ਨਹੀਂ, ਉਸ ਨੂੰ ਦਾਨ ਭਾਵੇਂ ਦੇਵੋ ਜਾਂ ਨਾ ਦੇਵੋ। ਕੱਲ ਰੋਜ਼ ਕਹਿੰਦੇ ਉਸ ਨੂੰ ਮੋਹਰਾਂ ਦੀ ਗਾਗਰ ਮਿਲ ਗਈ ਤੇ ਅੱਜ ਕਹਿੰਦੇ ਉਸ ਨੂੰ ਹਦਵਾਣੇ ਦੇ ਵਿੱਚੋਂ ਕਹਿੰਦੇ ਹੀਰੇ ਮਿਲ ਗਏ। ਕਹਿੰਦੇ ਹੁਣ ਉਹਨੂੰ ਦਸ਼ਨਾ ਲੈਣ ਦੀ ਕੀ ਲੋੜ ਹੈ। ਉਸ ਵੇਲੇ ਰਾਜੇ ਨੇ ਸੋਚਿਆ, ਹੱਥ ਉਤਾਂਹ ਨੂੰ ਕੀਤੇ, ਜਿਵੇਂ ਗੋਪਾਲ ਕਰਿਆ ਕਰਦਾ ਸੀ ਨਾ, ਕਿ ਪਰਮੇਸ਼ਰ ਤੇਰਾ ਧੰਨਵਾਦ ਹੈ, ਤੂੰ ਸਾਰਿਆਂ ਨੂੰ ਦਿੰਦਾ। ਮੈਂ ਕਹਿੰਦੇ ਯਤਨ ਕਰ ਰਿਹਾ ਸੀ ਕ੍ਰਿਸ਼ਨ ਨੂੰ ਦੇਣ ਵਾਸਤੇ, ਕਿਉਂ ਕਿ ਮੇਰੀ ਵਾਹ ਕਰਦਾ ਸੀ, ਉਹ ਮੇਰੀ ਸਿਫਤੋ ਸਲਾਹ ਕਰਦਾ ਸੀ। ਪਰ ਆ ਗੋਪਾਲ ਜਿਹੜਾ ਪਰਮੇਸ਼ਰ ਦੀ ਵਾਹ ਕਰਦਾ ਸੀ, ਹਰ ਵੇਲੇ ਇਹੀਓ ਗੱਲ ਕਹਿੰਦਾ ਸੀ ਕਿ ਪਰਮੇਸ਼ਰ ਤੂੰ ਹੀ ਸਾਰਿਆਂ ਨੂੰ ਦਿੰਦਾ, ਤੂੰ ਹੀ ਸਾਰਿਆਂ ਦਾ ਰਿਜ਼ਕ ਦਾਤਾ ਹੈ, ਭਿਖਾਰੀ ਸਭ ਦੁਨੀਆ ਦਾਤਾ ਇੱਕ ਰਾਮ। ਕਹਿੰਦੇ ਅੱਜ ਮੈਨੂੰ ਪਤਾ ਲੱਗ ਗਿਆ। ਰਾਜਾ ਕਹਿੰਦਾ ਮੈਂ ਯਤਨ ਕਰਕੇ ਵੇਖ ਲਿਆ ਗੋਪਾਲ, ਜੋ ਤੂੰ ਗੱਲ ਕਹਿੰਦਾ ਸੀ ਤੂੰ ਬਿਲਕੁਲ ਠੀਕ ਕਹਿੰਦਾ ਸੀ। ਭਾਵੇਂ ਮੈਂ ਤੇਰੇ ਨਾਲ ਈਰਖਾ ਕਰਦਾ ਸੀ, ਤੇਰੇ ਨਾਲ ਈਰਖਾ ਵਸ ਹੋ ਕੇ